ਮੈਂ ਸਤਵਿੰਦਰ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦੇ ਹਫਤਾਵਾਰੀ ਪ੍ਰੋਗਰਾਮ ਗੁਰਮਤ ਸਾਂਝ ਦੇ ਵਿੱਚ ਗੁਰਬਾਣੀ ਵਿਆਕਰਣ ਵਿਸ਼ੇ 'ਤੇ ਆਪ ਜੀ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨ ਜਾ ਰਿਹਾ ਹਾਂ। ਇੱਕ ਵਾਰ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਦੇ ਵਿੱਚ 6500 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਭਾਸ਼ਾ ਹੈ। ਸੰਸਾਰ ਭਰ ਦੇ ਵਿੱਚ ਲਗਭਗ 125 ਮਿਲੀਅਨ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ। ਪੰਜਾਬੀ ਭਾਸ਼ਾ ਬੋਲਣ ਵਾਲੇ ਦੇਸ਼ਾਂ ਦੇ ਵਿੱਚ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਲੋਕ ਸਭ ਤੋਂ ਜ਼ਿਆਦਾ ਹਨ। ਭਾਰਤ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਦਾ ਸਥਾਨ 11ਵਾਂ ਹੈ। ਭਾਰਤ ਤੋਂ ਇਲਾਵਾ ਇੰਗਲੈਂਡ ਦੇ ਵਿੱਚ ਤੀਸਰੀ ਭਾਸ਼ਾ ਪੰਜਾਬੀ ਭਾਸ਼ਾ ਹੈ ਅਤੇ ਕੈਨੇਡਾ ਦੇ ਵਿੱਚ 5ਵੀਂ ਭਾਸ਼ਾ ਪੰਜਾਬੀ ਭਾਸ਼ਾ ਹੈ। ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ 6ਵੀਂ ਭਾਸ਼ਾ ਪੰਜਾਬੀ ਭਾਸ਼ਾ ਹੈ। ਪੰਜਾਬੀ ਭਾਸ਼ਾ ਨੂੰ ਸਿੱਖ ਪਿਆਰ ਦੇ ਨਾਲ ਗੁਰਮੁਖੀ ਵੀ ਆਖਦੇ ਹਨ, ਕਿਉਂਕਿ ਇਸ ਭਾਸ਼ਾ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਵੱਲੋਂ ਪਵਿੱਤਰ ਬਾਣੀ ਨੂੰ ਉਚਾਰਿਆ ਅਤੇ ਲਿਖਿਆ ਗਿਆ, ਜਿਸ ਦਾ ਸਦਕਾ ਸਿੱਖਾਂ ਨੇ ਪੰਜਾਬੀ ਭਾਸ਼ਾ ਦਾ ਇੱਕ ਨਵਾਂ ਨਾਮ ਗੁਰਮੁਖੀ ਭਾਵ ਗੁਰੂ ਦੇ ਮੁਖ ਤੋਂ ਪੈਦਾ ਹੋਈ ਰੱਖਿਆ ਹੈ। ਸੰਸਾਰ ਭਰ ਵਿੱਚ ਜਿਤਨੇ ਵੀ ਜੀਵ ਹਨ, ਸਭਨਾਂ ਦੇ ਮਨਾਂ ਵਿੱਚ ਸਮੇਂ-ਸਮੇਂ ਅਨੇਕਾਂ ਹੀ ਭਾਵ ਪੈਦਾ ਹੁੰਦੇ ਰਹਿੰਦੇ ਹਨ। ਉਹਨਾਂ ਭਾਵਾਂ ਨੂੰ ਇਹ ਜੀਵ ਕਿਸੇ ਨਾ ਕਿਸੇ ਸੰਕੇਤ ਜਾਂ ਨਾਂ ਦੁਆਰਾ ਪ੍ਰਗਟ ਕਰਦੇ ਹਨ। ਕੁੱਤੇ, ਬੈਲ, ਘੋੜੇ ਆਦਿਕ ਵਿੱਚ ਇਹ ਪ੍ਰਗਟਾਵਾ ਆਮ ਦੇਖਿਆ ਜਾ ਸਕਦਾ ਹੈ, ਪਰ ਵਿਦਵਾਨਾਂ ਨੇ ਆਪਣੀ ਸੂਖਮ ਦ੍ਰਿਸ਼ਟੀ ਦੇ ਦੁਆਰਾ ਇਹ ਪ੍ਰਗਟਾਵਾ ਛੋਟੇ-ਛੋਟੇ ਕੀੜਿਆਂ ਮਕੌੜਿਆਂ ਦੇ ਵਿੱਚ ਵੀ ਤੱਕਿਆ ਹੈ। ਮਨੁੱਖ ਦੇ ਸਰੀਰ ਦੀ ਬਣਤਰ ਇਹਨਾਂ ਪਸ਼ੂਆਂ ਅਤੇ ਪੰਛੀਆਂ ਦੇ ਨਾਲੋਂ ਸ੍ਰੇਸ਼ਟ ਹੈ, ਪਰ ਆਪਣੇ ਅੰਦਰੂਨੀ ਭਾਵ ਨੂੰ ਪ੍ਰਗਟ ਕਰਨ ਦਾ ਮੁੱਢਲਾ ਤਰੀਕਾ ਇਹਨਾਂ ਪਸ਼ੂਆਂ ਅਤੇ ਪੰਛੀਆਂ ਹੀ ਵਾਲਾ ਹੈ। ਮਨੁੱਖੀ ਮਨ ਦੇ ਅੰਦਰ ਪੈਦਾ ਹੋਏ ਸਧਾਰਨ ਜਜ਼ਬੇ ਦੀ ਗਤੀ ਜੇਕਰ ਤੇਜ਼ ਹੋ ਜਾਏ ਤਾਂ ਉਸ ਦਾ ਪ੍ਰਭਾਵ ਇਸ ਦੇ ਹਿਰਦੇ ਦੀ ਗਤੀ ਅਤੇ ਅੰਗਾਂ ਦੇ ਉੱਪਰ ਵੀ ਪੈਂਦਾ ਹੈ। ਕਈ ਵਾਰ ਇਸ ਦੇ ਹੱਥ ਪੈਰ ਕੰਬਣ ਲੱਗ ਜਾਂਦੇ ਹਨ। ਸੋ ਜਜ਼ਬਿਆਂ ਦਾ ਪ੍ਰਭਾਵ ਜਿਸ ਤਰ੍ਹਾਂ ਹਿਰਦੇ ਦੀ ਗਤੀ ਅਤੇ ਅੰਗਾਂ 'ਤੇ ਪੈਂਦਾ ਹੈ, ਇਸ ਨੂੰ ਆਮ ਕਰਕੇ ਚਿਹਰੇ ਦੇ ਉੱਪਰ ਵੀ ਦੇਖਿਆ ਜਾ ਸਕਦਾ ਹੈ। ਉਦਾਹਰਣ ਵਜੋਂ ਮਨੁੱਖ ਨੇ ਕੋਈ ਕੌੜੀ ਜਾਂ ਮਿੱਠੀ ਚੀਜ਼ ਖਾਧੀ ਹੈ, ਉਸ ਦੇ ਚਿਹਰੇ 'ਤੇ ਪੈਦਾ ਹੋਏ ਭਾਵ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖਾਣ ਵਾਲੀ ਚੀਜ਼ ਦਾ ਸਵਾਦ ਕਿਸ ਤਰ੍ਹਾਂ ਦਾ ਸੀਗਾ। ਇਸ ਵਿਚਾਰ ਤੋਂ ਤੱਤ ਭਾਵ ਇਹ ਹੈ ਕਿ ਮਨੁੱਖ ਦੇ ਮਨ ਅੰਦਰ ਸਭ ਤੋਂ ਪਹਿਲਾਂ ਜਜ਼ਬੇ ਪੈਦਾ ਹੁੰਦੇ ਹਨ। ਉਹਨਾਂ ਜਜ਼ਬਿਆਂ ਨੂੰ ਮਨੁੱਖ ਅੰਗਾਂ ਦੀ ਫਰਕਣ ਜਾਂ ਮੂੰਹ ਦੀ ਚੇਸ਼ਟਾ ਰਾਹੀਂ ਬਾਹਰ ਪ੍ਰਗਟ ਕਰਦਾ ਹੈ। ਅੰਗਾਂ ਦੀ ਫਰਕਣ ਜਾਂ ਮੂੰਹ ਦੀ ਚੇਸ਼ਟਾ ਧੀਰੇ ਧੀਰੇ ਨਾਦ ਦਾ ਰੂਪ ਧਾਰਨ ਕਰ ਜਾਂਦੀ ਹੈ। ਉਹ ਨਾਦ ਮਨੁੱਖ ਦੂਸਰਿਆਂ ਕੋਲੋਂ ਸਿੱਖ ਸਿਖਾ ਕੇ ਬੋਲੀ ਦਾ ਰੂਪ ਬਣ ਜਾਂਦਾ ਹੈ। ਇਸ ਤਰ੍ਹਾਂ ਬੋਲੀ ਦੀ ਉਤਪੱਤੀ ਹੁੰਦੀ ਹੈ। ਕਰਤਾਰ ਦੀ ਕੁਦਰਤ ਦੇ ਵਿੱਚ ਕੋਈ ਵੀ ਕੰਮ ਬੇਨਿਯਮਾਂ ਨਹੀਂ ਹੈ। ਜਿਵੇਂ ਕਰਤਾਰ ਨੇ ਜੋ ਵੀ ਰਚਨਾ ਕੀਤੀ ਉਹ ਖਾਸ ਨਿਯਮਾਂ ਦੇ ਵਿੱਚ ਹੈ, ਤਿਵੇਂ ਸਮੇਂ-ਸਮੇਂ ਜੋ ਬੋਲੀ ਜਾਂਦੀ ਸੀ ਉਹ ਵੀ ਖਾਸ ਨਿਯਮਾਂ ਦੇ ਵਿੱਚ ਹੀ ਪੈਦਾ ਹੋ ਰਹੀ ਸੀ। ਸਿਆਣਿਆਂ ਨੇ ਉਹਨਾਂ ਨਿਯਮਾਂ ਨੂੰ ਲੱਭ ਲਿਆ ਅਤੇ ਲੱਭ ਕੇ ਵਿਉਂਤਬੰਦੀ ਕਰਕੇ ਤਰਤੀਬ ਦੇ ਕੇ ਜੋ ਉਹਨਾਂ ਦਾ ਸੰਗ੍ਰਹਿ ਤਿਆਰ ਕੀਤਾ, ਉਸ ਸੰਗ੍ਰਹਿ ਨੂੰ ਵਿਆਕਰਣ ਆਖਿਆ ਜਾਂਦਾ ਹੈ। ਮਨੁੱਖ ਦੇ ਮਨ ਅੰਦਰ ਪੈਦਾ ਹੋਏ ਭਾਵ ਜਾਂ ਜਜ਼ਬੇ ਨੂੰ ਕਿਸੇ ਖਾਸ ਨਾਦ ਦੁਆਰਾ ਬਾਹਰ ਪ੍ਰਗਟ ਕੀਤਾ ਜਾਂਦਾ ਹੈ। ਉਹ ਨਾਦ ਸ਼ਬਦ ਦਾ ਰੂਪ ਬਣ ਜਾਂਦਾ ਹੈ। ਉਹ ਸ਼ਬਦ ਸ਼ੁੱਧ ਹੈ ਜਾਂ ਅਸ਼ੁੱਧ ਹੈ, ਇਸ ਗੱਲ ਨੂੰ ਜਿਨ੍ਹਾਂ ਨਿਯਮਾਂ ਦੁਆਰਾ ਪਰਖਿਆ ਜਾਂਦਾ ਹੈ, ਉਹਨਾਂ ਨਿਯਮਾਂ ਨੂੰ ਵਿਆਕਰਣ ਆਖਦੇ ਹਨ।
ਸੰਸਾਰ ਭਰ ਵਿੱਚ ਪੈਦਾ ਹੋਈਆਂ ਭਾਸ਼ਾਵਾਂ ਦੀ ਆਪੋ ਆਪਣੀ ਵਿਆਕਰਣ ਹੈ। ਇਵੇਂ ਪੰਜਾਬੀ ਭਾਸ਼ਾ ਦੀ ਵੀ ਆਪਣੀ ਵਿਆਕਰਣ ਹੈ। ਪੰਜਾਬੀ ਭਾਸ਼ਾ ਦੇ ਵਿੱਚ ਗੁਰਬਾਣੀ ਲਿਖੀ ਗਈ ਹੈ। ਗੁਰਬਾਣੀ ਨੂੰ ਗੁਰੂ ਸਾਹਿਬ ਜੀ ਨੇ ਕਾਵ ਰੂਪ ਦੇ ਵਿੱਚ ਲਿਖਿਆ ਹੈ। ਗੁਰਬਾਣੀ ਦੀ ਆਪਣੀ ਇੱਕ ਵਿਆਕਰਣ ਹੈ। ਉਸ ਵਿਆਕਰਣ ਨੂੰ ਗੁਰਬਾਣੀ ਵਿੱਚੋਂ ਸਮਝਣਾ ਬੜਾ ਹੀ ਜ਼ਰੂਰੀ ਹੈ। ਵਿਆਕਰਣ ਦੀ ਲੋੜ ਕਿਉਂ ਹੈ? ਜਿਹੜੀ ਭਾਸ਼ਾ ਸਹਿਜੇ ਬੋਲੀ ਜਾਏ, ਸੌਖੇ ਢੰਗ ਨਾਲ ਲਿਖੀ ਜਾਏ ਅਤੇ ਸੁਖੈਨ ਢੰਗ ਨਾਲ ਪੜ੍ਹੀ ਜਾਏ, ਉਸ ਲਈ ਵਿਆਕਰਣ ਦੀ ਲੋੜ ਘੱਟ ਮਹਿਸੂਸ ਹੁੰਦੀ ਹੈ। ਪਰ ਜਿਵੇਂ ਜਿਵੇਂ ਕਿਸੇ ਭਾਸ਼ਾ ਦਾ ਸ਼ਬਦ ਭੰਡਾਰ ਪੁਰਾਣਾ ਹੁੰਦਾ ਜਾਂਦਾ ਹੈ ਅਤੇ ਉਸ ਨੂੰ ਬੋਲਣ ਵਾਲੇ ਧੀਰੇ ਧੀਰੇ ਅਲੋਪ ਹੁੰਦੇ ਜਾਂਦੇ ਹਨ, ਉਸ ਲਈ ਵਿਆਕਰਣ ਦਾ ਹੋਣਾ ਬੜਾ ਹੀ ਜ਼ਰੂਰੀ ਹੈ। ਇਸ ਲਈ ਦਾਨੇ ਸੱਜਣਾ ਨੇ ਵਿਆਕਰਣ ਦਾ ਮੁੱਢ ਬੱਧਾ। ਗੁਰਬਾਣੀ ਵਿਆਕਰਣ ਦੀ ਲੋੜ ਕਿਉਂ ਹੈ, ਇਸ ਸੰਬੰਧੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੀ ਕਿਤਾਬ ਗੁਰਬਾਣੀ ਵਿਆਕਰਣ ਦੇ ਮੁੱਢਲੇ ਪੰਨਿਆਂ 'ਤੇ ਇੱਕ ਵਾਰਤਾ ਲਿਖੀ ਹੈ ਕਿ ਸੰਨ 1920 ਦਸੰਬਰ ਦੇ ਮਹੀਨੇ ਵਿੱਚ ਖਾਲਸਾ ਕਾਲਜ ਗੁਜਰਾਂਵਾਲਾ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਪੁਰਬ ਨੂੰ ਮਨਾਉਂਦਿਆਂ ਹੋਇਆਂ ਅਖੰਡ ਪਾਠ ਦੀ ਆਰੰਭਤਾ ਹੋਈ, ਜਿਸ ਵਿੱਚ ਪਾਠ ਕਰਨ ਦੀ ਸੇਵਾ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਦੀ ਵੀ ਲੱਗੀ। ਜਦੋਂ ਉਹ ਪਾਠ ਕਰ ਰਹੇ ਸਨ ਤਾਂ ਪਾਠ ਕਰਦਿਆਂ ਕਰਦਿਆਂ ਬਾਣੀ ਦੇ ਵਿੱਚ ਕੁਝ ਪੰਕਤੀਆਂ ਐਸੀਆਂ ਆਈਆਂ ਜਿਨ੍ਹਾਂ ਦੇ ਵਿੱਚ ਸ਼ਬਦਾਂ ਦਾ ਉਚਾਰਨ ਤਾਂ ਇੱਕੋ ਜਿਹਾ ਸੀ, ਪਰ ਸ਼ਬਦਾਂ ਦਾ ਲਿਖਣ ਢੰਗ ਅਲੱਗ-ਅਲੱਗ ਸੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੀ ਕਿਤਾਬ ਦੇ ਵਿੱਚ ਉਸ ਲਫ਼ਜ਼ ਨੂੰ ਸ਼ਬਦ ਲਿਖਿਆ ਹੈ, ਸੱਸਾ ਬੱਬਾ ਦੱਦਾ। ਇਸ ਦੇ 3 ਰੂਪ ਉਹਨਾਂ ਦੇ ਸਾਹਮਣੇ ਆਏ। ਪਹਿਲਾ ਰੂਪ ਸੱਸਾ ਬੱਬਾ ਅਤੇ ਦੱਦਾ ਸ਼ਬਦ, ਭਾਵ ਜਿਸ ਦੇ ਅਖੀਰਲੇ ਅੱਖਰ ਨੂੰ ਕੋਈ ਮਾਤਰਾ ਨਹੀਂ ਲੱਗੀ। ਇਸ ਦਾ ਦੂਸਰਾ ਰੂਪ ਸੱਸਾ ਬੱਬਾ ਦੱਦਾ ਅਤੇ ਦੱਦੇ ਨੂੰ ਸਿਆਰੀ ਵਾਲਾ ਆਇਆ। ਇਸ ਦਾ ਤੀਸਰਾ ਰੂਪ ਸੱਸਾ ਬੱਬਾ ਦੱਦਾ ਔਂਕੜ ਸਹਿਤ, ਦੱਦਾ ਔਂਕੜ ਸਹਿਤ ਆਇਆ। ਜਦੋਂ ਇਹ 3 ਰੂਪ ਇੱਕੋ ਹੀ ਪੰਨੇ ਦੇ ਵਿੱਚ ਉਹਨਾਂ ਦੇ ਸਾਹਮਣੇ ਆਏ ਤਾਂ ਉਹਨਾਂ ਦੇ ਮਨ ਵਿੱਚ ਸਵਾਲ ਪੈਦਾ ਹੋਇਆ ਕਿ ਐਸਾ ਕਿਉਂ। ਫਿਰ ਉਹਨਾਂ ਦਾ ਧਿਆਨ ਗੁਰਬਾਣੀ ਦੇ ਵਿੱਚ ਮੌਜੂਦ ਐਸੇ ਬੇਅੰਤ ਹੀ ਉਹਨਾਂ ਲਫ਼ਜ਼ਾਂ ਵੱਲ ਗਿਆ ਜਿਨ੍ਹਾਂ ਦੇ ਅਖੀਰਲੇ ਅੱਖਰਾਂ ਨੂੰ ਕਿਤੇ ਔਂਕੜ ਲੱਗਾ, ਕਿਤੇ ਸਿਹਾਰੀ ਲੱਗੀ ਹੈ, ਕਿਤੇ ਨਹੀਂ ਲੱਗੀ ਹੈ। ਤੋ ਇਸ ਸੰਬੰਧੀ ਫਿਰ ਜਦੋਂ ਉਹਨਾਂ ਦੇ ਮਨ ਵਿੱਚ ਇਹ ਸਵਾਲ ਪੈਦਾ ਹੋਇਆ ਤਾਂ ਉਸ ਸਵਾਲ ਵਿੱਚੋਂ ਧੀਰੇ ਧੀਰੇ ਉਹਨਾਂ ਨੇ ਗੁਰਬਾਣੀ ਵਿਆਕਰਣ ਦੀ ਖੋਜ ਆਰੰਭ ਕੀਤੀ ਅਤੇ ਗੁਰਬਾਣੀ ਵਿਆਕਰਣ ਦਾ ਮੁੱਢ ਬਣਿਆ। ਸੋ ਗੁਰਬਾਣੀ ਵਿਆਕਰਣ ਕਿਉਂ ਜ਼ਰੂਰੀ ਹੈ, ਇਸ ਸੰਬੰਧੀ ਇਸ ਪ੍ਰੋਗਰਾਮ ਦੀ ਅਗਲੀ ਕਿਸ਼ਤ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਕਿ ਗੁਰਬਾਣੀ ਵਿਆਕਰਣ ਕਿਉਂ ਜ਼ਰੂਰੀ ਹੈ। ਸੋ ਇੱਥੇ ਹੀ ਅਸੀਂ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।